ਸਾਡੇ ਦੇਸ਼ ਵਿੱਚ ਇन्हीं ਦਿਨੀ ਰਿਕਾਰਡ ਉੱਤੇ ਰਿਕਾਰਡ ਬਣ ਰਹੇ ਨੇ ਅਤੇ ਇਹ ਨਾ ਪੱਖੀ ਰਿਕਾਰਡ ਨੇ, ਅਣਚਾਹੇ ਰਿਕਾਰਡ ਨੇ। ਇੱਕ ਤਾਂ ਕਰੋਨਾ ਦੇ ਮਾਮਲੇ ਦਿਨ ਬ ਦਿਨ ਰਿਕਾਰਡ ਤੇਜ਼ੀ ਦੇ ਨਾਲ ਵੱਧ ਰਹੇ ਨੇ ਅਤੇ ਨਾਲ ਦੀ ਨਾਲ ਪਿਛਲੇ 19 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਬਣਾ ਗਈਆਂ ਨੇ ਅਤੇ ਇਹ ਰਿਕਾਰਡ ਲੋਕਾਂ ਨੂੰ ਚਿੰਤਾ ਵਿੱਚ ਪਾ ਰਹੇ ਨੇ। ਅੱਜ ਦੇ ਐਪੀਸੋਡ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ ਨੇ। ਇਹ ਤਾਂ ਆਪਾਂ ਵੇਖ ਹੀ ਲਿਆ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ 19 ਦਿਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ। ਇਸ ਤੋਂ ਉੱਪਰ ਵੀ ਇੱਕ ਹੋਰ ਰਿਕਾਰਡ ਬਣ ਗਿਆ ਹੈ ਕਿ ਡੀਜ਼ਲ ਦੀ ਕੀਮਤ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਪੈਟਰੋਲ ਦੀ ਕੀਮਤ ਨਾਲੋਂ ਵੀ ਉੱਪਰ ਟੱਪ ਗਈ ਹੈ। ਅਜਿਹੇ ਵਿੱਚ ਹੁਣ ਲੋਕਾਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਅਤੇ ਸਵਾਲ ਖੜੇ ਹੋ ਜਾਂਦੇ ਨੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿਵੇਂ ਵੱਧ ਰਹੀਆਂ ਨੇ, ਕਿਹੜੀ ਚੀਜ਼ ਇਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਦੇ ਐਪੀਸੋਡ ਵਿੱਚ ਅਸੀਂ ਤੁਹਾਨੂੰ ਇਹੀ ਕਾਰਨ ਦੱਸਣ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਈ ਚੀਜ਼ਾਂ ਮਿਲ ਕੇ ਪ੍ਰਭਾਵਿਤ ਕਰਦੀਆਂ ਨੇ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਚੀਜ਼ ਹੈ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ। ਇਸ ਤੋਂ ਬਾਅਦ ਸਰਕਾਰ ਵੱਲੋਂ ਜੋ ਟੈਕਸ ਲਾਏ ਜਾਂਦੇ ਨੇ ਉਹ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਨੇ। ਇਸੇ ਤਰ੍ਹਾਂ ਕਿਸੇ ਵੀ ਦੇਸ਼ ਦੀ ਕਰੰਸੀ ਅਤੇ ਉਸ ਦਾ ਐਕਸਚੇਂਜ ਰੇਟ, ਯਾਨੀ ਉਸ ਦੀ ਦੂਜੇ ਕਰੰਸੀਆਂ ਦੇ ਮੁਕਾਬਲੇ ਜੋ ਕੀਮਤ ਆ, ਉਹ ਵੀ ਪੈਟਰੋਲ ਡੀਜ਼ਲ ਦੀ ਕੀਮਤ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਤੇਲ ਕੰਪਨੀਆਂ ਦੀ ਲਾਗਤ ਦੇ ਖਰਚੇ ਅਤੇ ਤੇਲ ਕੰਪਨੀਆਂ ਦੇ ਮਾਰਜਨ ਉਹ ਵੀ ਪੈਟਰੋਲ ਡੀਜ਼ਲ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਭਾਰਤ ਦੇ ਮਾਮਲੇ ਵਿੱਚ ਅਜਿਹਾ ਕੀ ਹੋਇਆ ਕਿ ਇੱਥੇ ਅਚਾਨਕ ਇੰਨੇ ਵੱਡੇ ਪੱਧਰ ਉੱਤੇ ਕੀਮਤਾਂ ਵੱਧ ਗਈਆਂ। ਇਹ ਵੀ ਉਸ ਵੇਲੇ ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀ ਕੀਮਤ ਘਟੀ ਹੈ, ਵਧੀ ਨਹੀਂ। ਲਾਕਡਾਊਨ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੁਨੀਆ ਦੇ ਸਿਰਕੱਢ ਦੇਸ਼ ਅਮਰੀਕਾ ਵਿੱਚ ਤੇਲ ਕੀਮਤਾਂ ਮਾਈਨਸ ਦੇ ਲਾਗੇ ਪਹੁੰਚ ਗਈਆਂ ਸਨ। ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਤੇਲ ਕੰਪਨੀਆਂ ਗੈਸ ਫਿਲਿੰਗ ਸਟੇਸ਼ਨ ਵਾਲੇ ਲੋਕਾਂ ਨੂੰ ਲਗਭਗ ਮੁਫਤ ਤੇਲ ਲਿਜਾਣ ਲਈ ਕਹਿਣ ਲੱਗ ਪਏ ਸੀ। ਹੁਣ ਵੀ ਤਕਰੀਬਨ ਦੁਨੀਆ ਦੇ ਹਰ ਵੱਡੇ ਦੇਸ਼ ਵਿੱਚ ਕੀਮਤਾਂ ਭਾਰਤ ਨਾਲੋਂ ਘੱਟ ਹੀ ਚੱਲ ਰਹੀਆਂ ਨੇ। ਫਿਰ ਭਾਰਤ ਵਿੱਚ ਅਜਿਹਾ ਕੀ ਹੋਇਆ ਕਿ ਇੱਥੇ ਕੀਮਤਾਂ ਇੰਨੀਆਂ ਵੱਧ ਗਈਆਂ? ਇਹੀ ਡੂੰਘੀ ਸੋਚ ਵਿਚਾਰ ਦਾ ਵਿਸ਼ਾ ਹੈ। ਦਰਅਸਲ ਭਾਰਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਪ੍ਰਬੰਧ ਹੀ ਐਸਾ ਬਣਾ ਦਿੱਤਾ ਗਿਆ ਹੈ ਕਿ ਇਸ ਦਾ 2/3 ਹਿੱਸਾ ਟੈਕਸ ਕਰਕੇ ਹੀ ਬਣਦਾ ਹੈ, ਯਾਨੀ ਇਸ ਵਿੱਚ ਟੈਕਸ ਦੀ ਕੀਮਤ ਰਲੀ ਹੁੰਦੀ ਹੈ। ਸੈਂਟਰ ਵੱਲੋਂ ਲਾਇਆ ਜਾਂਦਾ ਸੈਂਟਰਲ ਐਕਸਾਈਜ਼ ਡਿਊਟੀ ਅਤੇ ਸੂਬਾ ਸਰਕਾਰਾਂ ਵੱਲੋਂ ਲਿਆ ਜਾਂਦਾ ਵੈਟ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਾਮਲ ਹੁੰਦਾ ਹੈ। ਇਹ ਵੀ ਦੇਸ਼ ਵਿੱਚ ਅਲੱਗ-ਅਲੱਗ ਥਾਈਂ ਅਲੱਗ-ਅਲੱਗ ਮੁੱਲ 'ਤੇ ਪਾਇਆ ਜਾਂਦਾ ਹੈ। ਇਸੇ ਕਰਕੇ ਸਾਡੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਲੱਗ-ਅਲੱਗ ਬਣਦੀਆਂ ਨੇ। ਹੁਣ ਇਹ ਰਿਪੋਰਟ ਵੀ ਸਾਹਮਣੇ ਆਈ ਹੈ ਕਿ ਦੁਨੀਆ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉੱਤੇ ਸਭ ਤੋਂ ਜ਼ਿਆਦਾ ਟੈਕਸ ਇੰਡੀਆ ਵਿੱਚ ਹੀ ਲੱਗ ਰਿਹਾ ਹੈ। ਇੱਥੋਂ ਇੱਕ ਨੁਕਤਾ ਸਾਫ਼ ਹੋ ਜਾਂਦਾ ਹੈ ਕਿ ਟੈਕਸ ਦੀ ਵੱਡੀ ਮਾਤਰਾ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਰੁਪਏ ਦੀ ਕੀਮਤ ਵੀ ਲਗਾਤਾਰ ਡਿੱਗੀ ਹੈ, ਜਿਸ ਕਰਕੇ ਬਾਹਰੋਂ ਆਉਣ ਵਾਲੀ ਭਾਵ ਇੰਪੋਰਟ ਹੋਣ ਵਾਲੀ ਹਰ ਚੀਜ਼ ਮਹਿੰਗੀ ਹੋਈ ਹੈ। ਰੁਪਏ ਦੀ ਮਾੜੀ ਹਾਲਤ ਡਾਲਰ ਦੇ ਮੁਕਾਬਲੇ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਹੁੰਦੀ ਵੇਖ ਰਹੇ ਹਾਂ ਅਤੇ ਲਾਕਡਾਊਨ ਵਿੱਚ ਰੁਪਏ ਦੀ ਮਾੜੀ ਹਾਲਤ ਹੋਰ ਜ਼ਿਆਦਾ ਮਾੜੀ ਹੋਈ ਹੈ ਅਤੇ ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਾਡੇ ਦੇਸ਼ ਅੰਦਰ ਇੰਨੇ ਜ਼ਿਆਦਾ ਦਿਨਾਂ ਤੱਕ ਲਗਾਤਾਰ ਵਧੀਆਂ ਨੇ। ਅੱਗੇ ਗੱਲ ਆਉਂਦੀ ਹੈ ਪੈਟਰੋਲ ਕੀਮਤਾਂ ਦੀ ਲਾਗਤ ਅਤੇ ਉਹਨਾਂ ਦੇ ਮਾਰਜਨਸ ਦੀ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਵਿਡ-19 ਦੀ ਮਹਾਮਾਰੀ ਅਤੇ ਲਾਕਡਾਊਨ ਕਰਕੇ ਸਰਕਾਰ ਅਤੇ ਤੇਲ ਕੰਪਨੀਆਂ ਨੇ ਆਪੋ ਆਪਣੇ ਘਾਟੇ ਪੂਰੇ ਕਰਨ ਲਈ ਟੈਕਸ ਅਤੇ ਲਾਗਤ ਕੀਮਤਾਂ ਵਧਾ ਦਿੱਤੀਆਂ ਨੇ। ਲਾਕਡਾਊਨ ਬਾਕੀ ਦੇਸ਼ਾਂ ਵਿੱਚ ਵੀ ਲੱਗੇ ਸੀ, ਪਰ ਉਹਨਾਂ ਦੀ ਇਕਨੋਮੀ ਕਿਉਂਕਿ ਸਾਡੇ ਤੋਂ ਕਾਫੀ ਜ਼ਿਆਦਾ ਬਿਹਤਰ ਹਾਲਤ ਵਿੱਚ ਹੈ, ਇਸ ਕਰਕੇ ਬਾਕੀ ਦੇਸ਼ਾਂ ਵਿੱਚ ਐਸਾ ਨਹੀਂ ਹੋਇਆ। ਪਰ ਭਾਰਤ ਦੀ ਇਕਨੋਮੀ ਅਤੇ GDP ਲਾਕਡਾਊਨ ਤੋਂ ਪਹਿਲਾਂ ਹੀ ਲਗਾਤਾਰ ਹੇਠਾਂ ਵੱਲ ਨੂੰ ਖਿਸਕ ਰਹੀ ਸੀ ਅਤੇ ਹੁਣ ਲਾਕਡਾਊਨ ਤੋਂ ਬਾਅਦ ਉਸ ਦਾ ਸਿੱਧਾ ਅਸਰ ਇਹ ਵਿਖ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਇੱਕ ਤਰ੍ਹਾਂ ਦੇ ਨਾਲ ਸਰਕਾਰ ਤੇ ਤੇਲ ਕੰਪਨੀਆਂ ਨੇ ਆਪੋ ਆਪਣੇ ਖਰਚੇ ਪੂਰੇ ਕਰਨ ਦੀ ਅੰਦਰ ਖਾਤੇ ਕੋਸ਼ਿਸ਼ ਕੀਤੀ ਹੈ। ਇੱਕ ਗੱਲ ਹੋਰ ਬੜੇ ਗੌਰ ਕਰਨ ਵਾਲੀ ਹੈ, ਉਹ ਇਹ ਹੈ ਕਿ ਆਮ ਲੋਕਾਂ ਵਿੱਚ ਹੌਲੀ-ਹੌਲੀ ਇਸ ਸੰਬੰਧੀ ਹਾਹਾਕਾਰ ਤਾਂ ਮਚ ਰਹੀ ਹੈ, ਪਰ ਫਿਰ ਵੀ ਦੇਸ਼ ਦੀ ਵੱਡੀ ਆਬਾਦੀ ਹਾਲੇ ਵੀ ਇਸ ਮਾਮਲੇ ਉੱਤੇ ਚੁੱਪ ਹੀ ਧਾਰੀ ਬੈਠੀ ਹੈ, ਜਿਵੇਂ ਕੁਝ ਹੋਇਆ ਹੀ ਨਹੀਂ ਜਾਂ ਕੋਈ ਚਿੰਤਾ ਵਾਲੀ ਗੱਲ ਹੈ ਹੀ ਨਹੀਂ। ਤੇਲ ਦੀਆਂ
ਇੰਨਾ ਜ਼ਿਆਦਾ ਵਧੀਆਂ ਇਹਨਾਂ ਕੀਮਤਾਂ ਸੰਬੰਧੀ ਵਿਰੋਧ ਬਹੁਤ ਘੱਟ ਹੋਇਆ ਹੈ, ਬਲਕਿ ਕਹਿ ਲਓ ਕਿ ਨਾ ਮਾਤਰ ਹੀ ਹੋਇਆ। ਇੱਕ ਕਾਰਨ ਇਹ ਵੀ ਹੈ ਕਿ ਰਾਸ਼ਟਰਵਾਦ ਦੀ ਪੱਟੀ ਬਹੁ ਗਿਣਤੀ ਲੋਕਾਂ ਉੱਤੇ ਇੰਨੀ ਗੂੜੀ ਚੜ ਗਈ ਹੈ ਕਿ ਇਹ ਸਰਕਾਰ ਜੋ ਮਰਜ਼ੀ ਕਰੀ ਜਾਵੇ, ਦੇਸ਼ ਦੀ ਵਧੇਰੇ ਜਨਤਾ ਚੁੱਪਚਾਪ ਸਭ ਅੱਛਾ ਹੀ ਮੰਨ ਰਹੀ ਹੈ। ਇਸ ਨੁਕਤੇ ਨੂੰ ਸਮਝਣ ਦੇ ਲਈ ਥੋੜਾ ਪਿੱਛੇ ਜਾਂਦੇ ਹਾਂ। ਸਾਲ 2004 ਤੋਂ ਲੈ ਕੇ 2014 ਤੱਕ ਦੇਸ਼ ਅੰਦਰ UPA ਦੀ ਅਗਵਾਈ ਵਾਲੀ ਸਰਕਾਰ ਸੀ ਅਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਜੋ ਕਿ ਖੁਦ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਨੇ ਅਤੇ 2009 ਦੀ ਆਰਥਿਕ ਮੰਦੀ ਵਿੱਚ ਵੀ ਉਹਨਾਂ ਨੇ ਦੇਸ਼ ਨੂੰ ਕਾਫੀ ਹੱਦ ਤੱਕ ਸੰਭਾਲੀ ਰੱਖਿਆ ਸੀ। ਉਹਨਾਂ ਦੇ ਸ਼ਾਸਨਕਾਲ ਦੌਰਾਨ ਜਦੋਂ ਵੀ ਤੇਲ ਜਾਂ ਗੈਸ ਸਿਲੰਡਰ ਦੀਆਂ ਕੀਮਤਾਂ ਵੱਧਦੀਆਂ ਸਨ ਤਾਂ ਕਾਫੀ ਹੋ ਹੱਲਾ ਮਚਦਾ ਸੀ। ਹਾਲਾਂਕਿ ਉਸ ਵੇਲੇ ਕੀਮਤਾਂ ਹੁਣ ਦੀਆਂ ਕੀਮਤਾਂ ਨਾਲੋਂ ਅੱਧੀਆਂ ਸਨ। ਮਾਮੂਲੀ ਜਿਹੇ ਵਾਅਦੇ ਉੱਤੇ ਵੀ ਉਦੋਂ ਕਾਫੀ ਪਿੱਟ ਸਿਆਪਾ ਹੁੰਦਾ ਸੀ, ਧਰਨੇ ਪ੍ਰਦਰਸ਼ਨ ਹੁੰਦੇ ਸੀ। ਯਾਦ ਹੋਵੇਗਾ ਦਰਸ਼ਕਾਂ ਨੂੰ ਵੀ ਕਿ ਬੀਬੀਆਂ ਸਿਰਾਂ ਉੱਤੇ ਸਿਲੰਡਰ ਰੱਖ ਕੇ ਜਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸੰਬੰਧੀ ਤਰ੍ਹਾਂ ਦੇ ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਉਸ ਵੇਲੇ ਕਰਿਆ ਕਰਦੀਆਂ ਸਨ ਤੇ BJP ਵਾਲੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੂੰ ਇਸ ਮੁੱਦੇ ਤੇ ਰੱਜ ਕੇ ਕੋਸਦੇ ਹੁੰਦੇ ਸੀ ਅਤੇ ਇੱਥੋਂ ਤੱਕ ਕਿ ਡਾਕਟਰ ਮਨਮੋਹਨ ਸਿੰਘ ਦਾ ਅਸਤੀਫਾ ਵੀ ਮੰਗਿਆ ਕਰਦੇ ਸੀ। ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਇਸ ਵਾਰ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਤੇ ਕੋਈ ਸਵਾਲ ਨਹੀਂ ਕਰ ਰਿਹਾ। ਪੈਟਰੋਲ ਡੀਜ਼ਲ ਦੀ ਵਧੀ ਹੋਈ ਕੀਮਤ ਦਾ ਠੀਕਰਾ ਕੌਮਾਂਤਰੀ ਬਾਜ਼ਾਰ ਉੱਤੇ ਭੰਨਿਆ ਜਾ ਰਿਹਾ, ਜਦਕਿ ਇਸ ਸੰਬੰਧੀ ਹੋਰ ਵੀ ਬਹੁਤ ਸਾਰੇ ਕਾਰਨ ਮੌਜੂਦ ਨੇ ਜਿਨ੍ਹਾਂ ਵੱਲ ਸਰਕਾਰ ਦਾ ਧਿਆਨ ਗਿਆ ਨਹੀਂ ਜਾਂ ਫਿਰ ਉਹ ਪਾਉਣਾ ਨਹੀਂ ਚਾਹੁੰਦੇ। ਦੇਸ਼ ਵਿੱਚ ਲੋਕਾਂ ਦੀ ਇਸ ਮਸਲੇ ਉੱਤੇ ਹੈਰਾਨੀ ਵਾਲੀ ਚੁੱਪ ਕਾਫੀ ਜ਼ਿਆਦਾ ਸ਼ੰਕੇ ਖੜੇ ਕਰਦੀ ਹੈ। ਲੋਕਾਂ ਦੀ ਸੋਚ ਉੱਤੇ ਕਾਫੀ ਸ਼ੰਕੇ ਖੜੇ ਕਰਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਲੋਕ ਸੜਕਾਂ ਉੱਤੇ ਆ ਕੇ ਧਰਨੇ ਲਾਉਣ, ਰੋਸ ਪ੍ਰਦਰਸ਼ਨ ਕਰਨ। ਹਮੇਸ਼ਾ ਵਾਂਗ ਇਹੀ ਕਹਾਂਗੇ ਕਿ ਜਾਗਰੂਕਤਾ ਜ਼ਰੂਰੀ ਹੈ। ਦੇਸ਼ ਭਗਤੀ ਅਤੇ ਅੰਧ ਭਗਤੀ ਦੀ ਪੱਟੀ ਲਾ ਕੇ ਸੱਚ ਨੂੰ ਵੇਖਣਾ ਜ਼ਰੂਰੀ ਹੈ, ਕਿਉਂਕਿ ਹਾਲਾਤ ਹੋਰ ਖਰਾਬ ਹੋ ਸਕਦੇ ਨੇ। ਕਿਉਂਕਿ ਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸੇ ਤਰ੍ਹਾਂ ਵੱਧਦੀਆਂ ਰਹੀਆਂ ਤਾਂ ਹੋਰ ਵਸਤਾਂ ਵੀ ਮਹਿੰਗੀਆਂ ਹੋਣਗੀਆਂ। ਖਾਣ ਪੀਣ ਵਾਲੀਆਂ ਚੀਜ਼ਾਂ, ਫਲ, ਸਬਜ਼ੀਆਂ, ਇਹਨਾਂ ਦੀ ਕੀਮਤ ਵੀ ਪ੍ਰਭਾਵਿਤ ਹੋਊਗੀ ਅਤੇ ਇਹ ਇੱਕ ਵੱਡੀ ਮੁਸੀਬਤ ਬਣ ਸਕਦੀ ਹੈ ਦੇਸ਼ ਵਿੱਚ ਉਸ ਵੇਲੇ ਜਦੋਂ ਕਰੋਨਾ ਕਰਕੇ ਪਹਿਲਾਂ ਹੀ ਸਾਰੇ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋਈ ਪਈ ਹੈ। ਇਸ ਲਈ ਇਸ ਮੁੱਦੇ ਵੱਲ ਸਾਰਿਆਂ ਦਾ ਧਿਆਨ ਦੇਣਾ ਬਣਦਾ ਹੈ ਅਤੇ ਸਰਕਾਰਾਂ ਨੂੰ ਸਵਾਲ ਵੀ ਪੁੱਛਣੇ ਬਣਦੇ ਨੇ। ਆਸ ਹੈ ਕਿ ਜਲਦੀ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਬੂ ਵਿੱਚ ਆਉਣਗੀਆਂ ਅਤੇ ਦੇਸ਼ ਦੇ ਲੋਕੀ ਸਾਹ ਲੈਣ ਜੋਗੇ ਹੋਣਗੇ।